ਸੋ ਵੈਲਕਮ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ। ਸੋ ਅੱਜ ਅਸੀਂ ਕਵਰ ਕਰਾਂਗੇ ਨਿਊਟ੍ਰੀਸ਼ਨ ਅਤੇ ਟਰਾਂਸਫੋਰਮੇਸ਼ਨ ਬਾਰੇ ਥੋੜ੍ਹਾ ਜਿਹਾ। ਨਿਊਟ੍ਰੀਸ਼ਨ ਕਿੰਨਾ ਕੁ ਇੰਪੋਰਟੈਂਟ ਹੈ ਸਾਡੇ ਟਰਾਂਸਫੋਰਮੇਸ਼ਨ ਲਈ ਅਤੇ ਕਿਹੜਾ ਪਾਰਟ ਉਹਦਾ ਜ਼ਰੂਰੀ ਹੈ ਸਾਡੇ ਟਰਾਂਸਫੋਰਮੇਸ਼ਨ ਲਈ। ਚਲੋ ਸ਼ੁਰੂ ਕਰਦੇ ਹਨ ਅੱਜ ਦਾ ਵੀਡੀਓ। ਟਰਾਂਸਫੋਰਮੇਸ਼ਨ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ। ਵਨ ਇਨ ਵਿਚ ਯੂ ਗੇਨ ਯੂਰ ਵੇਟ, ਤੁਸੀਂ ਆਪਣਾ ਵੇਟ ਵਧਾਉਂਦੇ ਹੋ। ਸੈਕਿੰਡ ਵਿੱਚ ਤੁਸੀਂ ਆਪਣਾ ਵੇਟ ਲੂਜ਼ ਕਰਨਾ ਚਾਹੁੰਦੇ ਹੋ। ਔਰ ਮੇਨ ਟਰਾਂਸਫੋਰਮੇਸ਼ਨਸ ਦੇ ਵਿੱਚ ਅਸੀਂ ਮਸਲਸ ਵੀ ਬਿਲਡਅਪ ਕਰਦੇ ਹਾਂ। ਸੋ ਮੇਨ ਜਿਹੜਾ ਸਾਡਾ ਫੋਕਸ ਰਹਿੰਦਾ ਹੈ ਹਰ ਇੱਕ ਟਰਾਂਸਫੋਰਮੇਸ਼ਨਸ ਵਿੱਚ ਉਹ ਹੈ ਐਨਰਜੀ ਔਰ ਇਹਨੂੰ ਆਪਾਂ ਕੈਲਰੀ ਵੀ ਕਹਿੰਦੇ ਹਾਂ। ਕੈਲਰੀ ਦੈਟ ਇਜ਼ we take in our food energy and ਜੋ ਆਪਣਾ ਖਾਣਾ ਜਿਹੜਾ ਅਸੀਂ ਲੈਂਦੇ ਹਾਂ ਉਹਦੇ ਵਿੱਚ ਅਸੀਂ ਕੈਲਰੀ ਇਨਟੇਕ ਕਰਦੇ ਹਾਂ। ਹਰ ਇੱਕ ਖਾਣੇ ਦੀ ਚੀਜ਼ ਵਿੱਚ, ਪੀਣ ਦੀ ਚੀਜ਼ ਵਿੱਚ ਕੈਲਰੀ ਕਾਊਂਟ ਹੁੰਦੀ ਸਾਡੀ ਬੋਡੀ ਦੀ। ਐਂਡ ਸੋ ਬੇਸਿਕ ਜੋ ਸਾਡੀ ਨਿਊਟ੍ਰੀਸ਼ਨ ਔਰ ਕੈਲਰੀਜ਼ ਇਨਟੇਕ ਵਿੱਚ ਮਾਇਨੇ ਰੱਖਦੀ ਹੈ ਉਹ ਚੀਜ਼ ਹੁੰਦੀ ਹੈ ਤਿੰਨ ਚੀਜ਼ਾਂ ਹੁੰਦੀਆਂ ਨੇ ਉਹ, ਜਿਹਨੂੰ ਆਪਾਂ ਫਿਜ਼ਿਕ ਦੀ ਲਾਈਨ ਦੇ ਵਿੱਚ, ਫਿਟਨੈਸ ਦੀ ਲਾਈਨ ਦੇ ਵਿੱਚ ਮੈਕਰੋ ਨਿਊਟ੍ਰੀਐਂਟਸ ਵੀ ਕਹਿੰਦੇ ਹਾਂ। ਸੋ ਦੀਸ 3 ਥਿੰਗਸ ਆਰ ਪ੍ਰੋਟੀਨ, ਕਾਰਬੋਹਾਈਡਰੇਟਸ ਐਂਡ ਫੈਟਸ। ਪ੍ਰੋਟੀਨ ਬੇਸਿਕਲੀ ਕੰਪਾਊਂਡ ਹੁੰਦੇ ਨੇ, ਅਮੀਨੋ ਐਸਿਡਸ ਦੇ ਕੰਬੀਨੇਸ਼ਨ ਹੁੰਦੇ ਨੇ ਕਾਫੀ ਸਾਰੇ, ਜੋ ਕਿ ਕਾਰਬਨ, ਹਾਈਡਰੋਜਨ, ਨਾਈਟ੍ਰੋਜਨ ਔਰ ਵੀ ਡਿਫਰੈਂਟ ਐਲੀਮੈਂਟਸ ਹੁੰਦੇ ਉਹਨਾਂ ਦੇ ਮਿਕਸਚਰ ਤੋਂ ਬਣਦੇ ਆ। ਐਂਡ ਕਾਰਬੋਹਾਈਡਰੇਟਸ ਵੀ ਸਾਡਾ ਐਨਰਜੀ ਦਾ ਮੇਨ ਪਾਰਟ ਜੋ ਹੁੰਦਾ ਬੋਡੀ ਜਿਸ ਨਾਲ ਵਰਕ ਕਰਦੀ ਹੈ ਐਨਰਜੀ ਨਾਲ, ਕੈਲਰੀ ਨਾਲ, ਉਹਦਾ ਮੇਨ ਪਾਰਟ ਕਾਰਬਸ ਤੋਂ ਹੀ ਸਾਨੂੰ ਮਿਲਦਾ ਹੈ। ਕਾਰਬੋਹਾਈਡਰੇਟਸ ਕਹਿੰਦੇ ਜਿਹਨੂੰ, ਕਾਰਬਨ ਐਂਡ ਹਾਈਡਰੋਜਨ ਜੋ ਕਿ ਕਾਰਬੋਹਾਈਡਰੇਟਸ ਨੂੰ ਡਿਪਿਕਟ ਕਰਦੇ ਨੇ, ਕਾਰਬਨ, ਹਾਈਡਰੋਜਨ, ਕਾਰਬੋਹਾਈਡਰੇਟਸ। ਔਰ ਫੈਟਸ ਦੇ ਵਿੱਚ ਸਾਡੇ ਕੋਲ ਆਇਲਸ ਆ ਜਾਂਦੇ ਹਨ, ਜਿਸ ਤਰ੍ਹਾਂ ਦੇਸੀ ਘਿਓ, ਬਟਰ ਐਂਡ ਕਾਫੀ ਸਾਰੇ ਆਇਲਸ ਨੇ, ਉਹ ਸਾਨੂੰ ਫੈਟਸ ਦੇ ਵਿੱਚ ਹੁੰਦੇ ਆ, ਇਨਕਲੂਡ ਹੁੰਦੇ ਆ। Most important thing in these three are protein that contributes for building of our muscles. So proteins ਜੋ ਹੁੰਦੇ ਹਨ ਸਾਡੇ ਮਸਲ ਫਾਈਬਰਸ ਨੂੰ ਬਿਲਡ ਕਰਨ ਵਿੱਚ ਕਾਫੀ ਹੈਲਪ ਕਰਦੇ ਹਨ। ਜੋ ਅਮੀਨੋ ਐਸਿਡ ਹੁੰਦੇ ਹਨ ਮਸਲ ਫਾਈਬਰਸ ਨੂੰ ਸਟਰੋਂਗ ਬਣਾਉਂਦੇ ਹਨ, ਉਹਦੀ ਬੌਂਡਿੰਗ ਸਟਰੋਂਗ ਕਰਦੇ ਹਨ, ਜਲਦੀ ਹੀਲ ਕਰਦੇ ਹਨ ਮਸਲਸ ਨੂੰ। ਐਂਡ ਕਾਰਬੋਹਾਈਡਰੇਟਸ ਜੋ ਹੁੰਦੇ ਹਨ ਦੈਟ ਫੁਲਫਿਲ ਆਵਰ ਐਨਰਜੀ ਪੋਰਸ਼ਨ, ਜੋ ਕਿ ਸਾਨੂੰ ਪੂਰੇ ਦਿਨ ਦਾ ਵਰਕਆਊਟ ਕਰਨ ਵਿੱਚ, ਕੋਈ ਵੀ ਅਸੀਂ ਕੰਮ ਕਰਨ ਡੇਲੀ ਕੋਰਸ ਹੁੰਦੇ ਹਨ। ਸੋ ਵਨ ਥਿੰਗ ਸਾਨੂੰ ਹਮੇਸ਼ਾ ਧਿਆਨ 'ਚ ਰੱਖਣੀ ਹੈ ਕਿ ਨਿਊਟ੍ਰੀਸ਼ਨ ਸਭ ਤੋਂ ਮੇਨ ਪਾਰਟ ਸਾਡਾ ਕਵਰ ਕਰਦੀ ਸਾਡੀ ਟਰਾਂਸਫੋਰਮੇਸ਼ਨ ਲਈ, ਫਿਜ਼ੀਕਲ ਟਰਾਂਸਫੋਰਮੇਸ਼ਨ ਲਈ ਅਤੇ ਸਾਡੇ ਫਿਟਨੈਸ ਦੇ ਲਈ। 70% ਅਸੀਂ ਜੋ ਵੀ ਆਪਣਾ ਬੋਡੀ 'ਤੇ ਵਰਕ ਕਰਨਾ ਉਹ ਨਿਊਟ੍ਰੀਸ਼ਨ ਨਾਲ ਹੀ ਕਰਨਾ ਹੈ, ਅਤੇ 30 to 35% ਹੀ ਜੋ ਹੈ ਸਾਡਾ ਵਰਕਆਊਟ ਜਾਂ ਕਿ ਸਾਡਾ ਜੋ ਵੀ ਅਸੀਂ ਗਰਾਊਂਡ ਦੇ ਵਿੱਚ ਕੰਮ ਕਰ ਰਹੇ ਹਾਂ ਉਹ ਵਰਕਆਊਟ ਕਰੇਗਾ, ਉਹ ਡਿਪੈਂਡ ਕਰੇਗਾ ਸਾਡੀ ਫਿਟਨੈਸ ਦੇ ਲਈ। ਸੋ ਨਿਊਟ੍ਰੀਸ਼ਨ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ, ਇਹ ਧਿਆਨ 'ਚ ਰੱਖੀਏ। ਸੋ ਬੋਡੀ ਦਾ ਵੇਟ ਗੇਨ ਕਰਨ ਲਈ ਤੁਹਾਨੂੰ ਇੱਕ ਮੋਸਟ ਇੰਪੋਰਟੈਂਟ ਥਿੰਗ ਜੋ ਕਿ ਹੈ ਧਿਆਨ 'ਚ ਰੱਖਣੀ ਹੈ ਕੈਲਰੀ ਔਰ ਐਨਰਜੀ ਡੈਫੀਸਿਟ ਜਾਂ ਐਨਰਜੀ ਸਰਪਲਸ। ਤੁਹਾਨੂੰ ਬੋਡੀ ਦਾ ਵੇਟ ਲੂਜ਼ ਕਰਨ ਵਾਸਤੇ ਐਨਰਜੀ ਜੋ ਹੈ ਡੈਫੀਸਿਟ ਰੱਖਣੀ ਪਏਗੀ, ਕੈਲਰੀ ਜੋ ਹੈ ਡੈਫੀਸਿਟ ਰੱਖਣੀ ਪਏਗੀ। ਔਰ ਐਨਰਜੀ ਦਾ ਵੇਟ, ਆਪਣਾ ਬੋਡੀ ਦਾ ਵੇਟ ਵਧਾਉਣ ਵਾਸਤੇ ਤੁਹਾਨੂੰ ਕੈਲਰੀ ਔਰ ਐਨਰਜੀ ਹਮੇਸ਼ਾ ਸਰਪਲਸ ਰੱਖਣੀ ਪਏਗੀ, ਵੱਧ ਰੱਖਣੀ ਪਏਗੀ ਤੁਹਾਡੀ ਰਿਕੁਆਇਰਮੈਂਟ ਤੋਂ। ਬੇਸਿਕਲੀ ਰਿਕੁਆਇਰਮੈਂਟ ਤੁਹਾਡੀ ਤਾਂ ਵੱਧ ਹੀ ਹੋਏਗੀ ਕਿਉਂਕਿ ਤੁਸੀਂ ਵੇਟ ਵਧਾਉਣਾ ਹੈ। ਸੋ ਯੂ ਵਾਂਟ ਟੂ ਗੇਨ ਯੋਰ ਵੇਟ, ਸੋ ਯੂ ਹੈਵ ਟੂ obviously you have to be calorie surplus or energy surplus। ਨਿਊਟ੍ਰੀਸ਼ਨ ਬਾਰੇ ਜਾਣ ਲੈਂਦੇ ਕਿ ਕਿਸ ਤਰ੍ਹਾਂ ਦੀ ਡਾਈਟ ਲੈਣ ਨਾਲ ਤੁਹਾਡਾ ਵੇਟ ਲੂਜ਼ ਹੋਏਗਾ ਅਤੇ ਤੁਹਾਡਾ ਵੇਟ ਗੇਨ ਹੋਏਗਾ, ਅਤੇ ਮਸਲਸ ਜੋ ਬਿਲਡਿੰਗ ਪ੍ਰੋਸੈਸ ਹੋਏਗਾ ਕਿਸ ਤਰ੍ਹਾਂ ਦੀ ਡਾਈਟ ਵੀ ਜ਼ਿਆਦਾ ਹੋਏਗਾ। ਐਂਡ ਉਹਦੇ ਲਈ ਪੜ੍ਹਦੇ ਹਾਂ, ਦੁਬਾਰਾ ਅੱਗੇ ਵੱਧਦੇ ਹਾਂ ਜੀ। ਕਰ ਰਹੇ ਸੀ ਕਿ ਮਸਲ ਬਿਲਡਿੰਗ ਪ੍ਰੋਸੈਸ ਜੋ ਹੈ ਕਿਸ ਤਰ੍ਹਾਂ ਦੀ ਡਾਈਟ 'ਚ ਜ਼ਿਆਦਾ ਹੋਏਗਾ ਅਤੇ ਕਿਸ ਤਰ੍ਹਾਂ ਦੀ ਡਾਈਟ ਦੇ ਵਿੱਚ ਘੱਟ ਹੋਏਗਾ ਮਸਲ ਬਿਲਡਿੰਗ ਪ੍ਰੋਸੈਸ। ਐਂਡ ਜੋ ਫੈਟ ਆਪਾਂ ਆਪਣੇ ਬੋਡੀ ਦੀ ਲੂਜ਼ ਕਰਨੀ ਹੈ ਕਿਸ ਤਰ੍ਹਾਂ ਦੇ ਡਾਈਟ ਪ੍ਰੋਸੈਸ ਦੇ ਵਿੱਚ ਜ਼ਿਆਦਾ ਹੋਗਾ ਅਤੇ ਕਿਸ ਤਰ੍ਹਾਂ ਦੇ ਡਾਈਟ ਪ੍ਰੋਸੈਸ ਵਿੱਚ ਘੱਟ ਹੋਏਗਾ। ਬੇਸਿਕਲੀ ਜੋ ਫੈਟਸ ਹੁੰਦੀ ਸਾਡੀ ਮਿਡ ਪੋਰਸ਼ਨ ਦੇ ਵਿੱਚ ਹੀ ਜ਼ਿਆਦਾ ਐਗਜ਼ਿਸਟ ਕਰ ਪਾਉਂਦੀ ਹੈ, ਕਿਉਂਕਿ ਉਹ ਪੋਰਸ਼ਨ ਹੀ ਸਭ ਤੋਂ ਜ਼ਿਆਦਾ ਘੱਟ ਮੂਵ ਕਰਦਾ ਸਾਡੇ ਬੋਡੀ ਦਾ। ਤੁਸੀਂ ਨੋਟ ਕੀਤਾ ਹੋਏਗਾ ਤੁਹਾਡੇ ਪੈਰ ਜੋ ਫੀਟਸ ਹਨ, ਤੁਹਾਡੇ ਹੈਂਡਸ ਹਨ, ਉਹਨਾਂ ਵਿੱਚ ਫੈਟ ਸਭ ਤੋਂ ਘੱਟ ਹੁੰਦੀ, ਬਿਕੋਜ਼
ਉਹਨਾਂ ਦੇ ਜਿਹੜੇ ਜੁਆਇੰਟਸ ਹਨ, ਲਿਗਾਮੈਂਟਸ ਹਨ, ਉਹ ਮੂਵ ਸਭ ਤੋਂ ਜ਼ਿਆਦਾ ਕਰਦੇ ਹਾਂ। ਅਤੇ ਉਸ ਤੋਂ ਬਾਅਦ ਘੱਟਦੇ ਵਿਚਕਾਰਲਾ ਜਿਹੜਾ ਪੋਰਸ਼ਨ ਸਾਡੇ ਬੋਡੀ ਦਾ, ਫਿਟ ਤੋਂ ਲੈ ਕੇ ਹੈਂਡਸ ਤੋਂ ਲੈ ਕੇ ਵਿਚਕਾਰਲਾ ਸਭ ਤੋਂ ਮਿਡ ਪੋਰਸ਼ਨ ਹੁੰਦਾ, ਉਹ 'ਚ ਸਭ ਤੋਂ ਜ਼ਿਆਦਾ ਫੈਟ ਐਗਜ਼ਿਸਟ ਕਰਦੇ ਆ। ਉਹ ਰੀਜ਼ਨ ਹੈ ਕਿਉਂਕਿ ਉਹ ਸਭ ਤੋਂ ਘੱਟ ਮੂਵ ਕਰਦਾ ਹੈ, ਬੋਡੀ ਦਾ ਪਾਰਟ, ਬੋਡੀ ਦਾ ਜੋ ਜੁਆਇੰਟ ਹੈ ਉਹ ਸਭ ਤੋਂ ਘੱਟ ਮੂਵ ਕਰਦਾ ਹੈ। ਸੋ ਇਸੀ ਕਰਕੇ ਜੋ ਮੋਟਾਪਾ ਹੁੰਦਾ ਸਭ ਤੋਂ ਜ਼ਿਆਦਾ ਇਸੀ ਪੋਰਸ਼ਨ ਦੇ ਵਿੱਚ ਹੁੰਦਾ ਹੈ, ਸਾਡੇ ਥਾਈਜ਼ ਦੇ ਵਿੱਚ, ਅਪਰ ਥਾਈਜ਼ ਦੇ ਵਿੱਚ, ਹਿਪਸ ਦੇ ਵਿੱਚ, ਸਟਮਕ ਦੇ ਵਿੱਚ, ਆਪਣਾ ਬੈਲੀ ਫੈਟ ਜਿਹੜਾ ਹੁੰਦਾ ਸਭ ਤੋਂ ਜ਼ਿਆਦਾ ਹੁੰਦਾ। ਸੋ ਉਹਨੂੰ ਲੂਜ਼ ਕਰਨ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤਾਂ ਕੈਲਰੀ ਡੈਫਿਸਿਟ ਹੋਣਾ ਪਏਗਾ। ਕੈਲਰੀ ਡੈਫਿਸਿਟ ਇਨ ਦਾ ਸੈਂਸ ਤੁਸੀਂ ਆਪਣੀ ਡਾਈਟ 'ਤੇ ਕੰਟਰੋਲ ਰੱਖਣਾ ਹੈ ਕਿ ਤੁਸੀਂ ਪ੍ਰੋਟੀਨ ਕਿੰਨਾ ਲੈ ਰਹੇ ਹੋ। ਪ੍ਰੋਟੀਨ ਬੇਸਿਕਲੀ ਤੁਹਾਨੂੰ ਮਸਲ ਨੂੰ ਬਿਲਡ ਕਰਨ ਵਾਸਤੇ ਹੈਲਪ ਕਰੇਗਾ, ਕਿਉਂਕਿ ਜਦੋਂ ਮਸਲ ਤੁਸੀਂ ਬਿਲਡ ਕਰਨਾ ਪ੍ਰੋਸੈਸ ਸ਼ੁਰੂ ਕਰਦੇ ਹੋ, ਐਕਸਰਸਾਈਜ਼ ਕਰਨੀ ਸ਼ੁਰੂ ਕਰਦੇ ਹੋ, ਤੁਸੀਂ ਆਪਣੇ ਮਸਲਸ ਦੇ ਵਿੱਚ ਬਲੱਡ ਵੈਸਲਸ ਦੇ ਵਿੱਚ, ਮਸਲ ਜੋ ਬਲੱਡ ਵੈਸਲਸ ਹੁੰਦੀਆਂ ਹਨ ਉਹਨਾਂ ਦੇ ਵਿੱਚ ਬਲੱਡ ਨੂੰ ਫਲੋ ਨੂੰ ਇਨਕਰੀਜ਼ ਕਰਦੇ ਹੋ। ਅਤੇ ਉਸ ਦੇ ਨਾਲ ਕੀ ਹੁੰਦਾ, ਤੁਹਾਡੇ ਵੈਸਲਸ ਜੋ ਹੁੰਦੇ ਮਸਲਸ ਦੇ ਉਹ ਇੰਜਰ ਹੁੰਦੇ ਹਨ, ਉਹਨਾਂ ਦੇ ਵਿੱਚ ਮਾਈਨਰ ਇੰਜਰੀਜ਼ ਆ ਜਾਂਦੀਆਂ ਹਨ, ਜਿਨ੍ਹਾਂ ਨਾਲ ਤੁਹਾਨੂੰ ਕੁਛ ਪੇਨ ਵੀ ਹੁੰਦੀ ਹੈ, ਪੇਨ ਵੀ ਫੀਲ ਹੁੰਦੀ ਹੈ। ਸੋ ਉਹ ਪੇਨ, ਉਹ ਜਿਹੜੀ ਇੰਜਰੀ ਹੁੰਦੀ ਹੈ ਉਹਨੂੰ ਰਿਕਵਰ ਕਰਨ ਵਾਸਤੇ ਪ੍ਰੋਟੀਨ ਹੈਲਪ ਕਰਦਾ ਹੈ। ਪ੍ਰੋਟੀਨ ਜੋ ਕਿ ਮੈਂ ਤੁਹਾਨੂੰ ਦੱਸਿਆ ਕਿ ਕੰਪਾਊਂਡਸ ਹੁੰਦੇ ਹਨ ਅਮੀਨੋ ਐਸਿਡਸ ਦੇ, ਉਹ ਅਮੀਨੋ ਐਸਿਡਸ ਹੈਲਪ ਕਰਦੇ ਹਨ ਉਹ ਇੰਜਰੀ ਨੂੰ ਰਿਕਵਰ ਕਰਨ ਵਾਸਤੇ। ਸੋ ਦੈਟ ਰਿਕਵਰੀ ਪ੍ਰੋਸੈਸ ਦੇ ਵਿੱਚ ਤੁਹਾਡੇ ਮਸਲ ਜੋ ਹਨ ਉਹ ਕੰਬਾਈਨ ਹੁੰਦੇ ਇੱਕ ਦੂਸਰੇ ਦੇ ਨਾਲ, ਅਤੇ ਬੰਡਲਸ ਬਣ ਜਾਂਦੇ ਮਸਲ ਦੇ। ਤੋ ਬੰਡਲ ਜੋ ਹੁੰਦੇ ਹਨ ਹੈਵੀ ਹੁੰਦੇ ਜਾਂਦੇ ਹਨ, ਜਿੱਦਾਂ ਤੁਸੀਂ ਵਰਕਆਊਟ ਆਪਣਾ ਵਧਾਉਂਦੇ ਹੋ, ਪੀਰੀਅਡ ਆਫ ਟਾਈਮ ਤੁਹਾਡੇ ਮਸਲਸ ਹਾਰਡ ਹੋ ਜਾਣਗੇ ਐਂਡ ਤੁਹਾਡੇ ਮਸਲਸ ਬੜੇ ਵੀ ਹੋ ਜਾਣਗੇ। ਸੈਕਿੰਡ ਪਾਰਟ ਇਜ਼ ਕੈਲਰੀਜ਼, ਤੁਹਾਨੂੰ ਡੈਫਿਸਿਟ ਹੋਣਾ ਪਏਗਾ। ਕੈਲਰੀ ਡੈਫਿਸਿਟ ਇਨ ਦਾ ਸੈਂਸ ਤੁਸੀਂ ਇਹ ਸ਼ੂਗਰ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੈਲਰੀ ਹੁੰਦੀ, ਤੁਸੀਂ ਬਹੁਤ ਘੱਟ ਫੂਡ ਖਾਓਗੇ, ਜਿਹਨੂੰ ਆਪਾਂ ਕੰਪਲੈਕਸ ਸਿੰਪਲ ਕਾਰਬੋਹਾਈਡਰੇਟਸ ਵੀ ਕਹਿੰਦੇ ਹਨ, ਜੋ ਸ਼ੂਗਰੀ ਸਬਸਟੈਂਸ ਹੁੰਦੇ ਹਨ, ਜਿੱਦਾਂ ਕਿ ਕੇਕਸ ਹੋ ਗਏ, ਚਾਕਲੇਟਸ ਹੋ ਗਈ, ਸਿੰਪਲ ਸ਼ੂਗਰ ਹੋ ਗਈ, ਸਕਰੋਸ ਸਾਡੇ ਘਰ ਜਿਹੜੀ ਆਪਾਂ ਯੂਜ਼ ਕਰਦੇ ਹਾਂ ਉਹ ਹੋ ਗਈ, ਉਹਦੇ ਵਿੱਚ ਸਿੰਪਲ ਕਾਰਬੋਹਾਈਡਰੇਟਸ ਹੁੰਦੇ ਹਨ। ਉਹ ਸਿੰਪਲ ਕਾਰਬੋਹਾਈਡਰੇਟਸ ਵਿੱਚ ਹੀ ਕਾਊਂਟ ਹੁੰਦੇ ਹਨ, ਜੋ ਕਿ ਬਹੁਤ ਈਜ਼ੀਲੀ ਡਾਈਜੈਸਟ ਹੋ ਜਾਂਦੇ ਹਨ। ਸੋ ਉਹ ਸਾਨੂੰ ਐਨਰਜੀ ਪ੍ਰੋਵਾਈਡ ਕਰਨ ਵਿੱਚ ਕੋਈ ਜ਼ਿਆਦਾ ਹੈਲਪ ਨਹੀਂ ਕਰ ਸਕਦੇ। ਸੋ ਇਸ ਕਰਕੇ ਅਸੀਂ ਕੰਪਲੈਕਸ ਕਾਰਬੋਹਾਈਡਰੇਟਸ ਵੱਲ ਹੀ ਜ਼ਿਆਦਾ ਧਿਆਨ ਰੱਖਦੇ ਹਾਂ, ਜੋ ਕਿ ਸਾਡੀ ਐਨਰਜੀ ਨੂੰ ਫੁਲਫਿਲ ਕਰਦੇ ਹਨ, ਤੁਹਾਨੂੰ ਸਾਡੇ ਡੇਲੀ ਲਾਈਫ ਨੂੰ ਪੂਰੀ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਉਸ ਕਾਰਬੋਹਾਈਡਰੇਟਸ ਦੀ ਡਾਈਟ ਨੂੰ। ਬੇਸਿਕਲੀ ਅਗਰ ਤੁਹਾਡਾ weight 100 kg ਹੈ ਤਾਂ ਤੁਹਾਨੂੰ 100 ਗ੍ਰਾਮ ਯਾਨੀ ਕਿ ਪਰ kg 1 ਗ੍ਰਾਮ ਤੁਹਾਨੂੰ ਪ੍ਰੋਟੀਨ ਲੈਣਾ ਪਏਗਾ ਤੁਹਾਡੀ ਬੋਡੀ ਦੇ ਮਸਲਸ ਨੂੰ ਇੰਪਰੂਵ ਕਰਨ ਲਈ। ਐਂਡ ਕਾਰਬੋਹਾਈਡਰੇਟ ਜੋ ਲੈਂਦੇ ਆ ਤੁਸੀਂ, ਉਹ ਆਪਣੇ ਵਰਕਆਊਟ ਦੇ ਹਿਸਾਬ ਨਾਲ ਲੈਂਦੇ ਆ। ਜੇ ਤੁਸੀਂ ਆਪਣਾ weight ਡਾਊਨ ਕਰਨਾ ਤਾਂ ਕਾਰਬਸ ਤੁਹਾਨੂੰ ਘੱਟ ਹੀ ਰੱਖਣੇ ਪੈਣੇ ਹੈ, ਅਤੇ ਜੇ ਤੁਸੀਂ ਆਪਣਾ weight ਵਧਾਉਣਾ ਹੈ ਤਾਂ ਕਾਰਬਸ ਤੁਹਾਨੂੰ ਵੱਧ ਰੱਖਣੇ ਪੈਣਗੇ। ਜੇ ਵਰਕਆਊਟ ਤੁਹਾਡਾ ਜ਼ਿਆਦਾ ਹੋ ਰਿਹਾ ਤਾਂ ਕਾਰਬਸ ਤੁਹਾਨੂੰ ਵੱਧ ਰੱਖਣੇ ਪੈਣਗੇ। ਐਂਡ ਪ੍ਰੋਟੀਨ ਜੋ ਕੰਟੈਂਟ ਤੁਹਾਨੂੰ ਲੈਣਾ ਪਏਗਾ ਉਹ ਆਪਣੇ, ਜੇ ਸਪੋਜ਼ ਕਰੋ ਸਾਡਾ weight 70 kg ਹੈ, 60 kg ਹੈ, ਤੁਹਾਨੂੰ ਪਰ kg ਦੇ 1.5 ਗ੍ਰਾਮਸ 1.2 ਤੋਂ 1.5 ਗ੍ਰਾਮਸ ਜੋ ਹੈ ਸਟਾਰਟ ਕਰਨਾ ਪਏਗਾ ਪ੍ਰੋਟੀਨ ਦਾ ਪਰ kg weight ਦਾ। ਸੋ 60 ਅਗਰ ਤੁਹਾਡਾ weight ਹੈ, ਸੋ ਤੁਹਾਨੂੰ 90 to 120 ਗ੍ਰਾਮਸ 90 to 100 ਗ੍ਰਾਮਸ ਤੁਹਾਨੂੰ ਪ੍ਰੋਟੀਨ ਜੋ ਹੈ ਡੇਲੀ ਲੈਣਾ ਪਏਗਾ। ਐਂਡ ਕਾਰਬੋਹਾਈਡਰੇਟਸ ਦੀ ਗੱਲ ਕਰੀਏ ਤਾਂ ਉਹ ਕਰੀਬਨ ਡਬਲ ਹੋ ਜਾਂਦੇ ਹਨ। 120 ਗ੍ਰਾਮਸ ਕਾਰਬੋਹਾਈਡਰੇਟਸ ਤੁਹਾਨੂੰ ਲੈਣੇ ਪੈਣਗੇ ਪਰ 60 ਗ੍ਰਾਮ ਆਫ 60 kg ਆਫ ਬੋਡੀ weight। ਉਹ ਫੂਡ ਸਿਲੈਕਟ ਕਰੋ ਜਿਹਦੇ ਵਿੱਚ ਕੈਲਰੀ ਕਾਊਂਟ ਘੱਟ ਹੈ। ਆਪਣੇ ਜੋ ਵੀ ਤੁਹਾਡੇ ਕੋਲ ਫੂਡ ਸਪਲੀਮੈਂਟਸ, ਤੁਸੀਂ ਫੂਡ ਬਾਹਰੋਂ ਲੈ ਰਹੇ ਹੋ, ਖਾਣਾ ਬਾਹਰੋਂ ਲੈ ਰਹੇ ਹੋ, ਪੈਕਡ ਫੂਡ ਲੈ ਰਹੇ ਹੋ, ਉਹਦਾ ਤੁਸੀਂ ਕੰਪੋਜੀਸ਼ਨ ਪੜ੍ਹਨਾ ਹੁਣ ਸ਼ੁਰੂ ਕਰ ਦਿਓ। ਬਿਕੋਜ਼ ਉਹਦੇ ਪਿੱਛੇ ਤੁਹਾਨੂੰ ਪੜ੍ਹੋਗੇ ਤਾਂ ਲਿਖਿਆ ਹੋਏਗਾ ਪ੍ਰੋਟੀਨ ਕਿੰਨਾ ਗ੍ਰਾਮ ਹੈ, ਕਾਰਬਸ ਕਿੰਨੇ ਗ੍ਰਾਮ ਹੈ, ਫੈਟ ਕਿੰਨੇ ਗ੍ਰਾਮ ਹੈ, ਅਤੇ ਫੂਡ ਤੁਸੀਂ ਉਹੀ ਸਿਲੈਕਟ ਕਰਨਾ ਹੈ ਜਿਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੋਏ। ਜੇ ਤੁਸੀਂ ਮਸਲ ਬਿਲਡ ਕਰਨੇ ਆ, ਓਬਵੀਅਸਲੀ ਫਿਟਨੈਸ ਲਈ ਤੁਹਾਨੂੰ ਮਸਲ ਤਾਂ ਬਿਲਡ ਕਰਨੇ ਪੈਣੇ। ਪ੍ਰੋਟੀਨ ਜਿਸ ਫੂਡ ਵਿੱਚ ਜ਼ਿਆਦਾ ਹੋਏਗਾ ਅਤੇ ਫੈਟਸ ਐਂਡ ਸ਼ੂਗਰਸ ਜਿਸ ਫੂਡ ਵਿੱਚ ਘੱਟ ਹੋਣਗੇ, ਉਹੀ ਫੂਡ ਸਿਲੈਕਟ ਕਰਨਾ ਹੈ। ਦੂਸਰੀ ਗੱਲ, ਇਸ ਦੀ ਕੈਲਰੀਜ਼ ਆਪਣਾ ਹੁਣ ਚਾਰਟ ਬਣਾਉਣਾ ਸ਼ੁਰੂ ਕਰ ਲਓ, ਜਿਹਦੇ ਨਾਲ ਤੁਹਾਨੂੰ ਪਤਾ ਲੱਗ ਸਕੇ ਕਿ ਕਿਸ ਫੂਡ ਵਿੱਚ ਕੈਲਰੀ ਜ਼ਿਆਦਾ ਹੈ ਅਤੇ ਪ੍ਰੋਟੀਨ ਕਾਰਬਸ ਜੋ ਕੰਟੈਂਟ ਹੈ ਉਹ ਜ਼ਿਆਦਾ ਹੈ। ਅਗਰ ਤੁਸੀਂ ਕੈਲਰੀ ਜ਼ਿਆਦਾ ਲੈ ਰਹੇ ਹੋ ਅਤੇ ਪ੍ਰੋਟੀਨ ਕਾਰਬਸ ਕੰਟੈਂਟ ਜੋ ਹੈ ਘੱਟ ਲੈ ਰਹੇ ਹੋ ਤਾਂ ਉਸ ਫੂਡ ਦੀ ਕੋਈ ਤੁਹਾਨੂੰ ਜ਼ਿਆਦਾ ਬੈਨੀਫਿਟ ਨਹੀਂ ਹੋਣਗੇ ਤੁਹਾਡੀ ਹੈਲਥ ਫਿਟਨੈਸ ਲਈ। ਅਤੇ ਦੂਸਰਾ, ਅਗਰ ਤੁਸੀਂ ਕੈਲਰੀ ਕਾਊਂਟ ਘੱਟ ਰੱਖਦੇ ਹੋ ਅਤੇ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਜ਼ਿਆਦਾ ਲੈ ਰਹੇ ਹੋ ਤਾਂ ਤੁਹਾਨੂੰ
ਬੈਨੀਫਿਟ ਹੋਏਗਾ ਓਬਵੀਅਸਲੀ ਤੁਹਾਡੀ ਬੋਡੀ ਨੂੰ ਜ਼ਿਆਦਾ।